Dear students, welcome to Amrit Senior Secondary School. ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ 8th ਕਲਾਸ ਦੀ ਸਾਇੰਸ ਦੀ ਟੈਕਸਟ ਬੁੱਕ ਦਾ ਚੈਪਟਰ ਨੰਬਰ 6 ਕੰਬਸ਼ਨ ਐਂਡ ਫਲੇਮ ਦੀ ਫਸਟ ਪਾਰਟ ਦੀ ਵੀਡੀਓ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 64 ਤੋਂ ਲੈ ਕੇ 68 ਦੇ ਵਿਚਕਾਰ ਹੈ। ਆਓ ਸ਼ੁਰੂ ਕਰਦੇ ਹਾਂ ਜੀ। We use different kinds of fuel for various purposes at home, in industries and for running automobiles। ਕਹਿੰਦਾ ਅੱਜ ਰਾਈਟਰ ਕਹਿ ਰਿਹਾ ਅਸੀਂ ਡਿਫਰੈਂਟ ਟਾਈਪਸ ਦੇ ਫਿਊਲ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ, ਇੰਡਸਟਰੀਜ਼ ਦੇ ਵਿੱਚ, ਆਟੋਮੋਬਾਈਲਸ ਜਿਹੜੇ ਅਸੀਂ ਅੱਜ ਕੱਲ੍ਹ ਆਪਣੇ ਵਹੀਕਲ ਯੂਜ਼ ਕਰ ਰਹੇ ਉਹਨਾਂ ਦੇ ਵਿੱਚ, ਜਿਨ੍ਹਾਂ ਦੇ ਨਾਲ ਉਹ ਵਹੀਕਲ ਚੱਲਦੇ ਨੇ ਉਹਨੂੰ ਕੀ ਬੋਲਦੇ ਨੇ ਜੀ ਫਿਊਲ। ਜਿਸ ਤਰ੍ਹਾਂ ਆਪਣੀ ਕਾਰ ਜਾਂ ਮੋਟਰਸਾਈਕਲ ਦੇ ਵਿੱਚ ਕੀ ਪਾਵਾਂਗੇ ਤੇ ਕਾਰ ਚੱਲੇਗੀ, ਪੈਟਰੋਲ ਜਾਂ ਡੀਜ਼ਲ ਪਾਵਾਂਗੇ ਚੱਲੇਗੀ। ਇਸੇ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਖਾਣਾ ਪਕਾਉਣ ਦੇ ਲਈ ਅਸੀਂ ਕੀ ਯੂਜ਼ ਕਰ ਰਹੇ ਹਾਂ, ਗੈਸ ਯੂਜ਼ ਕਰ ਰਹੇ ਹਾਂ, ਸਟੋਵ ਯੂਜ਼ ਕਰ ਰਹੇ ਹਾਂ। ਉਹਨਾਂ ਵਿੱਚ ਕੀ ਪੈ ਰਿਹਾ ਜੀ, ਕੈਰੋਸਿਨ ਆਇਲ ਪੈ ਰਿਹਾ, LPG ਹੋ ਰਿਹਾ। ਇਸੇ ਤਰ੍ਹਾਂ ਇੰਡਸਟਰੀਜ਼ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਫਿਊਲ ਕੰਮ ਆ ਰਹੇ ਨੇ। ਕੈਨ ਯੂ ਨੇਮ ਏ ਫਿਊਲਸ ਯੂਜ਼ ਇਨ ਆਵਰ ਹੋਮਸ। ਕਹਿੰਦਾ ਕੁਝ ਫਿਊਲਸ ਦਾ ਨਾਮ ਲੈ ਸਕਦੇ ਹੋ ਜਿਹੜੇ ਅਸੀਂ ਘਰਾਂ ਦੇ ਵਿੱਚ ਵਰਤਦੇ ਹਾਂ। ਨੇਮ ਏ ਫਿਊ ਫਿਊਲਸ ਯੂਜ਼ ਇਨ ਟ੍ਰੇਡਸ ਐਂਡ ਇੰਡਸਟਰੀਜ਼। ਕਹਿੰਦਾ ਕੁਝ ਫਿਊਲ ਦੇ ਨਾਂ ਲੈ ਰਹੇ ਹਾਂ ਜੀ ਜੋ ਅਸੀਂ ਆਪਣੇ ਘਰਾਂ ਦੇ ਵਿੱਚ ਜਾਂ ਕਾਰਖਾਨਿਆਂ ਦੇ ਵਿੱਚ ਵਰਤਦੇ ਹਾਂ। ਕਾਓ ਡੰਗ, ਵੁੱਡ, ਕੋਇਲਾ, ਚਾਰਕੋਲ, ਪੈਟਰੋਲ, ਡੀਜ਼ਲ, ਕੰਪਰੈਸਡ ਨੈਚੁਰਲ ਗੈਸ CNG ਆਦਿ। ਕਹਿੰਦਾ ਜੀ ਕੁਝ ਫਿਊਲਸ ਦੇ ਨਾਂ ਲਿੱਤੇ ਨੇ ਜਿਹੜੇ ਅਸੀਂ ਆਪਣੇ ਘਰਾਂ ਦੇ ਵਿੱਚ ਵਰਤਦੇ ਹਾਂ। ਕਾਓ ਡੰਗ ਮੈਨੇ ਗੋਬਰ ਹੋ ਗਿਆ, ਠੀਕ ਹੈ ਜੀ, ਲੱਕੜ ਹੋ ਗਈ, ਕੋਲਾ ਹੋ ਗਿਆ, ਠੀਕ ਹੈ ਜੀ, ਲੱਕੜੀ ਦੇ ਕੋਲੇ ਹੋ ਗਏ, ਪੈਟਰੋਲ, ਡੀਜ਼ਲ, CNG ਵਗੈਰਾ, ਇਹ ਸਾਰੇ ਕੀ ਨੇ ਸਾਡੇ ਫਿਊਲ ਨੇ। ਯੂ ਆਰ ਫੈਮੀਲੀਅਰ ਵਿਦ ਦਾ ਬਰਨਿੰਗ ਆਫ ਕੈਂਡਲਸ। ਕਹਿੰਦਾ ਸਾਰਿਆਂ ਨੇ ਬਰਨਿੰਗ ਆਫ ਕੈਂਡਲ ਜਲਦੀ ਵੇਖੀ ਹੋਏਗੀ, ਠੀਕ ਹੈ ਜੀ। ਵਾਟ ਇਜ਼ ਦ ਡਿਫਰੈਂਸ ਬਿਟਵੀਨ ਦਾ ਬਰਨਿੰਗ ਆਫ ਕੈਂਡਲ ਐਂਡ ਦਾ ਬਰਨਿੰਗ ਆਫ ਕੋਲ। ਕਹਿੰਦਾ ਤੁਸੀਂ ਕੁਝ ਅੰਤਰ ਦੱਸ ਸਕਦੇ ਹੋ ਕਿ ਬਲਦੀ ਹੋਈ ਮੋਮਬੱਤੀ ਅਤੇ ਬਲਦੇ ਹੋਏ ਕੋਲੇ ਦੇ ਵਿੱਚ। ਤੇ ਦੋਨੇ ਚੀਜ਼ਾਂ ਸਭ ਨੇ ਵੇਖੀਆਂ ਹੀ ਹੋਣਗੀਆਂ ਕਿ ਬਲਦੀ ਹੋਈ ਮੋਮਬੱਤੀ ਸਭ ਨੇ ਵੇਖੀ ਹੈ ਜੀ। ਉਬਲਣ ਦੇ ਉੱਪਰ ਕੀ ਹੁੰਦਾ, ਜੇ ਮੋਮਬੱਤੀ ਬਲਦੀ ਉੱਪਰ ਫਲੇਮ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਕੋਲਾ ਵੇਖਿਆ ਹੋਏਗਾ, ਜੇ ਕੋਲਾ ਬਲਦਾ ਤਾਂ ਫਲੇਮ ਪੈਦਾ ਹੁੰਦੀ ਹੈ ਕਿ ਨਹੀਂ ਹੁੰਦੀ। ਕੈਂਡਲਸ ਬਰਨ ਵਿਦ ਦਾ ਫਲੇਮ ਵੇਅਰ ਐਜ਼ ਕੋਲ ਡਜ਼ ਨੋਟ। ਕਹਿੰਦਾ ਜੋ ਕੈਂਡਲ ਬਲਦੀ ਹੈ ਤੇ ਕੀ ਹੁੰਦੀ ਹੈ ਜੀ, ਫਲੇਮ ਪੈਦਾ ਹੁੰਦੀ ਹੈ, ਪਰ ਜਦੋਂ ਕੋਲਾ ਬਲਦਾ ਤੇ ਫਲੇਮ ਪੈਦਾ ਨਹੀਂ ਹੁੰਦੀ। ਲੈਟ ਅਸ ਸਟੱਡੀ ਦਾ ਕੈਮੀਕਲ ਪ੍ਰੋਸੈਸ ਆਫ ਬਰਨਿੰਗ ਐਂਡ ਟਾਈਪਸ ਆਫ ਫਲੇਮ ਪ੍ਰੋਡਿਊਸ ਡਿਊਰਿੰਗ ਦਿਸ ਪ੍ਰੋਸੈਸ। ਕਹਿੰਦਾ ਜੀ ਅਸੀਂ ਹੁਣ ਐਸੇ ਬਾਰੇ ਗੱਲ ਕਰਾਂਗੇ ਕਿ ਕਿਹੜੇ ਕੈਮੀਕਲ ਪ੍ਰੋਸੈਸ ਹੁੰਦੇ ਨੇ, ਠੀਕ ਹੈ ਜੀ, ਕਿਸ ਤਰ੍ਹਾਂ ਦੀ ਫਲੇਮਸ ਪੈਦਾ ਹੋ ਰਹੀਆਂ ਨੇ ਬਰਨਿੰਗ ਦੇ ਦੌਰਾਨ, ਠੀਕ ਹੈ ਜੀ, ਅਤੇ ਕਿਹੜੀ ਚੀਜ਼ ਪੈਦਾ ਹੋ ਰਹੀ ਹੈ, ਕਿ ਕਿਸ ਤਰ੍ਹਾਂ ਕੰਬਸ਼ਨ ਹੋ ਰਿਹਾ, ਕਿਸ ਤਰ੍ਹਾਂ ਸਾਡੀ ਫਲੇਮ ਪੈਦਾ ਹੋ ਰਹੀ ਹੈ, ਕਿਹੜੀ ਫਲੇਮਸ ਦੀਆਂ ਟਾਈਪਸ ਪੈਦਾ ਹੋ ਰਹੀਆਂ ਨੇ, ਉਹਨਾਂ ਬਾਰੇ ਗੱਲ ਸਾਰੀ ਕਰਾਂਗੇ। ਵਾਟ ਇਜ਼ ਕੰਬਸ਼ਨ। ਕਹਿੰਦਾ ਜੀ ਕੰਬਸ਼ਨ ਹੁੰਦਾ ਕੀ ਹੈ। A chemical process in which a substance react with oxygen to give heat is called combustion। ਕਹਿੰਦਾ ਜੀ ਕੈਮੀਕਲ ਪ੍ਰੋਸੈਸ ਹੈਗਾ ਜਿਹਦੇ ਵਿੱਚ ਜਿਹੜਾ ਪਦਾਰਥ, ਠੀਕ ਹੈ ਜੀ, ਆਕਸੀਜਨ ਨਾਲ ਰਿਐਕਟ ਕਰਦਾ ਤੇ ਸਾਨੂੰ ਥੋੜੀ ਗਰਮੀ ਦੇ ਰਿਹਾ, ਠੀਕ ਹੈ ਜੀ, ਲਾਈਟ ਦੇ ਰਿਹਾ, ਉਹਨੂੰ ਕੀ ਬੋਲਾਂਗੇ, ਕੰਬਸ਼ਨ। ਕੋਈ ਵੀ ਸਬਸਟਾਂਸ ਹੈ ਜੋ ਆਕਸੀਜਨ ਨਾਲ ਰਿਐਕਟ ਕਰਦਾ ਪਿਆ, ਠੀਕ ਹੈ ਜੀ, ਲਾਈਟ ਵੀ ਦੇ ਰਿਹਾ ਤੇ ਹੀਟ ਵੀ ਦੇ ਰਿਹਾ, ਉਸਨੂੰ ਕੀ ਬੋਲਾਂਗੇ, ਕੰਬਸ਼ਨ। The substance that undergoes combustion is said to be combustible। ਠੀਕ ਹੈ ਜੀ। ਕਹਿੰਦਾ ਜਿਹੜਾ ਪਦਾਰਥ ਹੈ, ਜਿਹੜਾ ਸਬਸਟਾਂਸ ਹੈ ਉਹ ਬਲਦਾ ਪਿਆ, ਠੀਕ ਹੈ ਜੀ, ਉਹਨੂੰ ਕੀ ਬੋਲਾਂਗੇ, ਬਲਨਸ਼ੀਲ ਪਦਾਰਥ ਬੋਲਾਂਗੇ ਇਹਨੂੰ। ਇਟ ਇਜ਼ ਆਲਸੋ ਕਾਲਡ ਏ ਫਿਊਲ। ਇਸ ਕਰਕੇ ਇਸ ਨੂੰ ਕੀ ਬੋਲ ਸਕਦੇ ਹਾਂ, ਫਿਊਲ। ਇਸ ਨੂੰ ਅਸੀਂ ਬਾਲਣ ਵੀ ਬੋਲ ਸਕਦੇ ਹਾਂ ਕਿਉਂਕਿ ਬਾਲਣ ਸਾਰੇ ਕੀ ਨੇ, ਉਹ ਸਾਰੇ ਕੀ ਨੇ, ਬਲਦੇ ਨੇ। ਇਸ ਕਰਕੇ ਉਹਨਾਂ ਨੂੰ ਕੀ ਬੋਲਣ ਨੇ, ਅਸੀਂ ਫਿਊਲ ਬੋਲ ਸਕਦੇ ਹਾਂ। ਦਾ ਫਿਊਲ ਮੇ ਬੀ ਸੋਲਿਡ, ਲਿਕੁਇਡ ਔਰ ਗੈਸ। ਕਹਿੰਦਾ ਜੀ ਫਿਊਲ ਤੁਹਾਨੂੰ ਤਿੰਨਾਂ ਸਟੇਜ ਪ੍ਰਾਪਤ ਹੋ ਜਾਂਦਾ ਹੈ। ਸੋਲਿਡ ਬਹੁਤ ਜ਼ਿਆਦਾ ਹਾਰਡ ਹੁੰਦਾ, ਜਿਸ ਤਰ੍ਹਾਂ ਕੀ ਹੋ ਗਿਆ ਜੀ, ਵੁੱਡ ਹੋ ਗਿਆ, ਕੋਲ ਹੋ ਗਿਆ। ਲਿਕੁਇਡ ਕੀ ਹੁੰਦਾ, ਜੋ ਪਾਣੀ ਦੀ ਫਾਰਮ 'ਚ ਹੁੰਦਾ, ਜਿਸ ਤਰ੍ਹਾਂ ਪੈਟਰੋਲ, ਡੀਜ਼ਲ, ਕੈਰੋਸਿਨ ਆਇਲ, ਅਤੇ ਗੈਸ LPG CNG ਵਗੈਰਾ। ਸਮਟਾਈਮਸ ਲਾਈਟ ਇਜ਼ ਆਲਸੋ ਗਿਵਨ ਆਫ ਬਰਨਿੰਗ ਕੰਬਸ਼ਨ ਇਧਰ ਐਜ਼ ਏ ਫਲੇਮ ਔਰ ਐਜ਼ ਏ ਗਲੋ। ਕਹਿੰਦਾ ਕਈ ਵਾਰ ਕੀ ਹੁੰਦਾ ਜੀ, ਜਦੋਂ ਕੋਈ ਪਦਾਰਥ ਜਲਦਾ ਹੈ, ਕੰਬਸ਼ਨ ਹੁੰਦੀ ਹੈ, ਉਹ ਫਲੇਮ ਵੀ ਦਿੰਦਾ ਅਤੇ ਕਈ ਵਾਰ ਗਲੋ ਵੀ ਦਿੰਦਾ, ਠੀਕ ਹੈ ਜੀ। ਇਸ ਕਰਕੇ ਸਾਰੇ ਉਹਨਾਂ ਦੀ ਕੁਆਲਿਟੀਜ਼ ਨੇ ਕਿਹਦੀਆਂ, ਕੰਬਸ਼ਨ ਦੀਆਂ। ਫੂਡ ਇਜ਼ ਫਿਊਲ ਫॉर ਆਵਰ ਬਾਡੀ। ਕਹਿੰਦਾ ਕੀ ਗੱਲ, ਜਦੋਂ ਅਸੀਂ ਖਾਣਾ ਖਾਂਦੇ ਉਹ ਵੀ ਸਾਡੀ ਬੋਡੀ ਵਾਸਤੇ ਫਿਊਲ ਦਾ ਕੰਮ ਕਰਦਾ ਪਿਆ। ਅਸੀਂ ਖਾਣਾ ਖਾਂਦੇ ਹਾਂ, ਤਾਕਤ ਆਉਂਦੀ ਸਾਡੇ ਅੰਦਰ, ਤਾਂ ਅਸੀਂ ਕੰਮ ਕਰ ਸਕਦੇ ਹਾਂ। ਕਹਿੰਦਾ ਉਹ ਵੀ ਸਾਡੇ ਅੰਦਰ ਫਿਊਲ ਦਾ ਕੰਮ ਕਰ ਰਿਹਾ। ਯੈਸ, ਇਨ ਆਵਰ ਬੋਡੀ ਫੂਡ ਇਜ਼ ਬ੍ਰੋਕਨ ਡਾਊਨ ਬਾਈ ਰਿਐਕਸ਼ਨ ਵਿਦ ਆਕਸੀਜਨ ਐਂਡ ਹੀਟ ਇਜ਼ ਪ੍ਰੋਡਿਊਸ। ਕਹਿੰਦਾ ਹਾਂਜੀ, ਜੋ ਅਸੀਂ ਖਾਣਾ ਖਾਂਦੇ ਹਾਂ, ਸਾਡਾ ਖਾਣਾ ਆਕਸੀਜਨ ਨਾਲ ਪ੍ਰਤੀਕਿਰਿਆ ਕਰਦਾ, ਠੀਕ ਹੈ, ਜਿਹਨੂੰ ਘਟਿਤ ਕਰਦਾ, ਅਤੇ ਕੀ ਹੁੰਦਾ ਜੀ, ਸਾਨੂੰ ਫਿਰ ਅੰਦਰ ਜਾ ਕੇ ਐਨਰਜੀ ਪ੍ਰਾਪਤ ਹੋ ਰਹੀ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਜੀ ਸਾਡਾ ਫੂਡ ਵੀ ਸਾਡੇ ਵਾਸਤੇ ਕੀ ਹੈ, ਇੱਕ ਫਿਊਲ ਦਾ ਕੰਮ ਕਰ ਰਿਹਾ।
For combustion air is necessary because in air oxygen is present। ਕਹਿੰਦਾ ਕਿਸੇ ਪਦਾਰਥ ਵਾਸਤੇ ਜਲਣ ਵਾਸਤੇ ਹਵਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਿਉਂਕਿ ਹਵਾ 'ਚ ਕਿਹੜੀ ਗੈਸ ਹੁੰਦੀ ਹੈ ਜੀ, ਆਕਸੀਜਨ। ਜੇਕਰ ਹਵਾ ਦੇ ਵਿੱਚ ਆਕਸੀਜਨ ਹੋਏਗੀ ਤਾਂ ਕੋਈ ਪਦਾਰਥ ਜਲ ਸਕਦਾ ਹੈ, ਜੇਕਰ ਆਕਸੀਜਨ ਨਹੀਂ ਹੈ ਤਾਂ ਕੋਈ ਪਦਾਰਥ ਜਲ ਨਹੀਂ ਸਕਦਾ। ਐਕਟੀਵਿਟੀ, ਪਲੇਸ ਏ ਪੀਸ ਆਫ ਬਰਨਿੰਗ ਵੁੱਡ ਔਰ ਚਾਰਕੋਲ ਔਨ ਐਨ ਆਇਰਨ ਪਲੇਟ। ਕਹਿੰਦਾ ਜੀ ਕੁਛ ਤੁਸੀਂ ਇੱਕ ਟੁਕੜਾ ਲਓ, ਕਾਹਦਾ, ਬਲਦੇ ਹੋਏ ਲੱਕੜ ਦਾ ਜਾਂ ਕੋਲੇ ਦਾ, ਤੇ ਉਸਨੂੰ ਆਪਣੇ ਲੋਹੇ ਦੀ ਪਲੇਟ ਦੇ ਉੱਪਰ ਰੱਖੋ। ਕਵਰ ਇਟ ਵਿਦ ਦਾ ਗਲਾਸ ਜਾਰ ਔਰ ਟੰਬਲਰ ਔਰ ਏ ਟਰਾਂਸਪੇਰੈਂਟ ਪਲਾਸਟਿਕ ਜਾਰ। ਕਹਿੰਦਾ ਜਿਸ ਨੂੰ ਕਿਸੇ ਗਲਾਸ ਜਾਰ, ਠੀਕ ਹੈ ਜੀ, ਕਿਸੇ ਗਲਾਸ ਜਾਰ ਦੇ ਨਾਲ ਜਾਂ ਕਿਸੇ ਟਰਾਂਸਪੇਰੈਂਟ ਪਲਾਸਟਿਕ ਦੇ ਜਾਰ ਦੇ ਨਾਲ ਢੱਕ ਦਿਓ। ਅਬਜ਼ਰਵ ਵਾਟ ਹੈਪਨਸ। ਕਹਿੰਦਾ ਵੇਖੋ ਤੁਸੀਂ ਕੀ ਵੇਖਦੇ ਹੋ। ਡਸ ਚਾਰਕੋਲ ਸਟਾਪ ਬਰਨਿੰਗ ਆਫਟਰ ਸਮ ਟਾਈਮਸ। ਤੁਸੀਂ ਵੇਖੋਗੇ ਕਿ ਚਾਰਕੋਲ ਬਲਣਾ ਬੰਦ ਹੋ ਜਾਂਦਾ ਥੋੜ੍ਹੇ ਟਾਈਮ ਬਾਅਦ। ਕੈਨ ਯੂ ਥਿੰਕ ਆਫ ਦਾ ਰੀਜ਼ਨ ਵਾਈ ਇਟ ਸਟਾਪਸ ਬਰਨਿੰਗ। ਕਹਿੰਦਾ ਕੀ ਤੁਸੀਂ ਸੋਚ ਸਕਦੇ ਹੋ ਕਿ ਚਾਰਕੋਲ ਬਲਣਾ ਕਿਉਂ ਬੰਦ ਹੋ ਗਿਆ, ਕਿਉਂ ਉਹਨੇ ਆਪਣੀ ਅੱਗ ਬੰਦ ਕਰਤੀ, ਕੀ ਹੋਇਆ ਹੋਏਗਾ ਉਹਦੇ ਵਾਸਤੇ। ਬਿਕੋਜ਼ ਇਨ ਦਿਸ ਜਾਰ, ਪਲਾਸਟਿਕ ਜਾਰ ਔਰ ਟਰਾਂਸਪੇਰੈਂਟ ਜਾਰ ਆਰ ਆਲਸੋ ਕਲੋਜ਼ਡ ਐਂਡ ਏਅਰ ਟਾਈਟ ਕੰਟੇਨਰ ਐਂਡ ਏਅਰ ਡਜ਼ ਨੋਟ ਐਂਟਰ। ਕਹਿੰਦਾ ਜੀ ਜਿਹੜਾ ਅਸੀਂ ਜਾਰ ਯੂਜ਼ ਕਰ ਰਹੇ ਹਾਂ ਜਾਂ ਪਲਾਸਟਿਕ ਦਾ ਜਾਂ ਟਰਾਂਸਪੇਰੈਂਟ, ਜਦੋਂ ਉਸਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਇਹਦੇ ਅੰਦਰ ਹਵਾ ਹੀ ਨਹੀਂ ਜਾ ਸਕਦੀ, ਤੇ ਕੀ ਹੋਏਗਾ ਜੀ, ਤੇ ਉਸ ਨਾਲ ਕਰਕੇ ਜਦੋਂ ਹਵਾ ਹੀ ਨਹੀਂ ਐਂਟਰ ਕਰ ਸਕਦੀ ਤਾਂ ਕੀ ਹੁੰਦਾ ਜੀ, ਕਿਸੇ ਵੀ ਚੀਜ਼ ਨੂੰ ਬਲਣ ਦੇ ਵਾਸਤੇ ਕੀ ਚਾਹੀਦੀ ਹੈ ਜੀ, ਹਵਾ ਬਹੁਤ ਜ਼ਿਆਦਾ ਜ਼ਰੂਰਤ ਹੈ। ਜੇਕਰ ਉਸਦੇ ਅੰਦਰ ਹਵਾ ਹੀ ਨਹੀਂ ਜਾਏਗੀ ਤਾਂ ਉਹ ਬਲੇਗਾ ਹੀ ਨਹੀਂ, ਠੀਕ ਹੈ। ਇਸ ਕਰਕੇ ਉਹ ਚਾਰਕੋਲ ਬਲਣਾ ਬੰਦ ਹੋ ਜਾਂਦਾ। ਸੋ ਦਾ ਚਾਰਕੋਲ ਸਟਾਪਸ ਬਰਨਿੰਗ ਬਿਕੋਜ਼ ਏਅਰ essential ਫॉर ਬਰਨਿੰਗ। ਇਸ ਕਰਕੇ ਉਹ ਚਾਰਕੋਲ ਬਲਣਾ ਬੰਦ ਹੋ ਜਾਂਦਾ ਹੈ। ਇਸ ਕਰਕੇ ਕਿਸੇ ਚੀਜ਼ ਨੂੰ ਕੰਬਸ਼ਨ ਕਰਨ ਦੇ ਲਈ ਸਾਨੂੰ ਹਵਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਡਿਊਰਿੰਗ ਐਕਸਟ੍ਰੀਮ ਹੀਟ ਆਫ ਸਮਰ ਐਟ ਸਮ ਪਲੇਸ ਡਰਾਈ ਗ੍ਰਾਸਿਸ ਕੈਚ ਫਾਇਰ। ਕਹਿੰਦਾ ਜੀ ਗਰਮੀਆਂ ਦੇ ਮੌਸਮ ਦੇ ਵਿੱਚ ਕੀ ਹੁੰਦਾ ਜੀ, ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਇਸ ਕਰਕੇ ਸੁੱਕੀ ਘਾਹ ਜਿਹੜੀ ਜ਼ਮੀਨ ਦੇ ਉੱਪਰ ਪੈਦਾ ਹੁੰਦੀ ਹੈ ਉਹਨੂੰ ਜਲਦੀ ਜਲਦੀ ਅੱਗ ਫੜ ਲੈਂਦੀ ਹੈ। ਅੱਗ ਕਿੱਥੋਂ ਫੜਦੀ ਹੈ ਜੀ, ਹਵਾ ਦੇ ਵਿੱਚ ਬਹੁਤ ਜ਼ਿਆਦਾ ਨਮੀ ਨਹੀਂ ਤਾਂ ਹੁੰਦੀ ਨਹੀਂ, ਠੀਕ ਹੈ ਜੀ, ਅਤੇ ਸੁੱਕੀ ਘਾਹ ਦੇ ਵਿੱਚ ਕਾਰਬਨ ਡਾਈਆਕਸਾਈਡ ਵੀ ਨਹੀਂ ਹੁੰਦੀ, ਤਾਂ ਹੀ ਉਹਦੇ 'ਚ ਗ੍ਰੀਨ ਚੀਜ਼ ਚੱਲ ਜਾਂਦੀ ਹੈ, ਪੀਲੀ ਪੀਲੀ ਹੋ ਜਾਂਦੀ ਹੈ। ਅਤੇ ਕੀ ਹੁੰਦਾ ਜੀ, ਸੂਰਜ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ਼ ਪੈ ਰਹੀ ਹੈ, ਇਸ ਕਰਕੇ ਉਹ ਸੁੱਕੀ ਹੁੰਦੀ ਹੈ ਅਤੇ ਉਹ ਅੱਗ ਜਲਦੀ ਫੜ ਲੈਂਦੀ ਹੈ। ਫਰੋਮ ਦਾ ਗ੍ਰਾਸ ਇਟ ਸਪਰੈਡਸ ਆਫ ਟਰੀ। ਕਹਿੰਦਾ ਜੀ ਫਿਰ ਸੁੱਕੀ ਘਾਹ ਕਿੱਥੇ ਹੁੰਦੀ ਹੈ, ਦਰਖਤਾਂ ਦੀ ਜੜ੍ਹਾਂ ਦੇ ਵਿੱਚ ਹੁੰਦੀ ਹੈ, ਅਤੇ ਹੌਲੀ ਹੌਲੀ ਜਦੋਂ ਸੁੱਕੀ ਘਾਹ ਨੂੰ ਅੱਗ ਲੱਗਦੀ ਹੈ ਦਰਖਤਾਂ ਨੂੰ ਵੀ ਅੱਗ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਐਂਡ ਵੈਰੀ ਸੂਨ ਦਾ ਹੋਲ ਫੋਰੈਸਟ ਇਜ਼ ਔਨ ਦਾ ਫਾਇਰ। ਕਹਿੰਦਾ ਫਿਰ ਬਹੁਤ ਜਲਦੀ ਦੇ ਨਾਲ ਸਾਰੇ ਜੰਗਲ ਦੇ ਵਿੱਚ ਅੱਗ ਲੱਗਣਾ ਸ਼ੁਰੂ ਹੋ ਜਾਂਦੀ ਹੈ। ਇਟ ਇਜ਼ ਵੈਰੀ ਡਿਫੀਕਲਟ ਟੂ ਕੰਟਰੋਲ ਸੱਚ ਫਾਇਰਸ। ਕਹਿੰਦਾ ਜੀ ਇਸ ਕਰਕੇ ਸਾਰੀ ਜਿਹੜੀ ਅੱਗ ਲੱਗ ਜਾਂਦੀ ਹੈ, ਸਾਰੇ ਜੰਗਲ ਦੇ ਵਿੱਚ ਅੱਗ ਨੂੰ ਫੜਨਾ, ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਕਹਿੰਦਾ ਜੀ ਇਸ ਕਰਕੇ ਗਰਮੀਆਂ ਦੇ ਵਿੱਚ ਜੰਗਲਾਂ ਨੂੰ ਜ਼ਿਆਦਾ ਅੱਗ ਲੱਗ ਜਾਂਦੀ ਹੈ, ਕਿਉਂਕਿ ਉਹਨਾਂ ਵਿੱਚ ਕਾਰਬਨ ਡਾਈਆਕਸਾਈਡ ਗੈਸ ਖਤਮ ਹੋ ਜਾਂਦੀ ਹੈ, ਠੀਕ ਹੈ ਜੀ, ਅਤੇ ਹਵਾ ਦੇ ਵਿੱਚ ਜ਼ਿਆਦਾ ਆਕਸੀਜਨ ਗੈਸ ਹੋਈ ਜਾਂਦੀ ਹੈ, ਇਸ ਕਰਕੇ ਉਹ ਜੰਗਲ ਜਲਦੀ ਅੱਗ ਲੱਗ ਜਾਂਦੀ ਹੈ। ਅਤੇ ਜਦੋਂ ਅੱਗ ਲੱਗਦੀ ਉਹਦੇ ਵਿੱਚ ਕੀ ਹੁੰਦਾ ਜੀ, ਫਲੇਮ ਵਗੈਰਾ ਪੈਦਾ ਹੁੰਦੀ ਹੈ। ਯੂ ਮਸਟ ਹੈਵ ਹੈਡ ਐਨ ਐਕਸਪੀਰੀਅੰਸ ਆਫ ਬਰਨਿੰਗ ਆਫ ਪੀਸ ਆਫ ਪੇਪਰ। ਕਹਿੰਦਾ ਤੁਹਾਡੇ ਕੋਲ ਕਾਫੀ ਦਾ ਐਕਸਪੀਰੀਅੰਸ ਹੋਏਗਾ ਜੀ ਕਾਗਜ਼ ਨੂੰ ਸਾੜਨ ਦਾ। ਸਾਰੇ ਬੱਚਿਆਂ ਨੇ ਕਾਗਜ਼ ਨੂੰ ਸਾੜਦੇ ਵੇਖਿਆ ਹੀ ਹੋਏਗਾ ਜੀ। ਡਜ਼ ਇਟ ਬਰਨ ਵੈਨ ਏ ਬਰਨਿੰਗ ਮੈਚਸਟਿਕ ਇਜ਼ ਬਰਾਊਟ ਨੀਅਰ ਇਟ। ਕਹਿੰਦਾ ਜਦੋਂ ਅਸੀਂ ਕਾਗਜ਼ ਨੂੰ ਸਾੜਦੇ ਹਾਂ ਉਹਦੇ ਕੋਲ ਮਾਚਿਸ ਦੀ ਤਿਲੀ ਲੈ ਕੇ ਆਉਂਦੇ ਤਾਂ ਉਹ ਸੜ ਜਾਂਦਾ। ਯੈਸ, ਉਹ ਸੜ ਜਾਂਦਾ। ਜਦੋਂ ਕਿਸੇ ਵੀ ਕਾਗਜ਼ ਦੇ ਕੋਲ ਮਾਚਿਸ ਦੀ ਤਿਲੀ ਲੈ ਕੇ ਆਵਾਂਗੇ ਬਲਦੀ ਹੋਈ ਅਤੇ ਉਹ ਬਾਲਾਂਗੇ ਤਾਂ ਕਾਗਜ਼ ਬਲੇਗਾ ਹੀ। ਕੈਨ ਯੂ ਬਰਨ ਏ ਪੀਸ ਆਫ ਵੁੱਡ ਬਾਈ ਬਰਨਿੰਗ ਏ ਲਾਈਟਡ ਮੈਚਸਟਿਕ ਨੀਅਰ ਇਟ। ਕਹਿੰਦਾ ਕੀ ਤੁਸੀਂ ਕਿਸੇ ਵੀ ਲੱਕੜ ਦੇ ਪੀਸ ਨੂੰ ਵੀ ਇਸ ਤਰ੍ਹਾਂ ਸਾੜ ਸਕਦੇ ਹੋ ਮਾਚਿਸ ਦੀ ਤਿਲੀ ਕੋਲ ਲੈ ਜਾ ਕੇ? ਨਹੀਂ, ਕਿਸੇ ਵੀ ਲੱਕੜ ਦੇ ਪੀਸ ਨੂੰ ਡਾਇਰੈਕਟਲੀ ਜੇ ਅੱਗ ਲਾਉਣ ਦੀ ਕੋਸ਼ਿਸ਼ ਕਰੀਏ ਤਾਂ ਕਦੀ ਵੀ ਨੂੰ ਅੱਗ ਨਹੀਂ ਲੱਗਦੀ। ਵਾਈ ਡੂ ਯੂ ਹੈਵ ਟੂ ਯੂਜ਼ ਪੇਪਰ ਔਰ ਕੈਰੋਸਿਨ ਆਇਲ ਟੂ ਸਟਾਰਟ ਫਾਇਰ ਇਨ ਵੁੱਡ ਔਰ ਕੋਇਲ। ਕਹਿੰਦਾ ਫਿਰ ਅਸੀਂ ਜਦੋਂ ਵੀ ਕਿਸੇ ਲੱਕੜ ਦੇ ਪੀਸ ਨੂੰ ਜਾਂ ਕੋਲੇ ਨੂੰ ਸਾੜਾਂਗੇ ਤਾਂ ਉਸਨੂੰ ਸਾੜਨ ਦੇ ਲਈ ਸਾਨੂੰ ਪੇਪਰ ਜਾਂ ਕੈਰੋਸਿਨ ਆਇਲ ਦੀ ਲੋੜ ਕਿਉਂ ਪੈਂਦੀ ਹੈ? ਉਹ ਡਾਇਰੈਕਟਲੀ ਅੱਗ ਨਹੀਂ ਲੱਗਦੀ ਨਾ, ਤਾਂ ਕਰਕੇ ਸਾਨੂੰ ਉਹਨਾਂ ਚੀਜ਼ਾਂ ਉੱਪਰ ਪਾਉਣਾ ਪੈਂਦਾ। ਪਰ ਕਿਉਂ ਪਾਉਣਾ ਪੈਂਦਾ ਜੀ? ਡੂ ਦਿਸ ਐਕਸਪੀਰੀਅੰਸ ਟੈਲ ਅਸ ਦੈਟ ਡਿਫਰੈਂਟ ਸਬਸਟਾਂਸ ਕੈਚ ਫਾਇਰ ਐਟ ਡਿਫਰੈਂਟ ਟੈਂਪਰੇਚਰ। ਕਹਿੰਦਾ ਜੀ ਇਸ ਕਰਕੇ ਸਾਨੂੰ ਐਕਸਪੀਰੀਅੰਸ ਤੋਂ ਪਤਾ ਲੱਗ ਰਿਹਾ ਜੀ ਕਿ ਹਰੇਕ ਚੀਜ਼ ਨੂੰ ਸਾੜਨ ਤੋਂ ਪਹਿਲਾਂ ਉਹਨਾਂ ਦਾ ਟੈਂਪਰੇਚਰ ਵੱਖਰਾ ਵੱਖਰਾ ਹੁੰਦਾ। ਕੋਈ ਵੀ ਹਰੇਕ ਚੀਜ਼ ਹਰੇਕ ਟੈਂਪਰੇਚਰ 'ਤੇ ਸੜਦੀ ਨਹੀਂ ਹੈ, ਉਹਨੂੰ ਹਰੇਕ ਨੂੰ ਟੈਂਪਰੇਚਰ ਉਸਦਾ ਅਲੱਗ-ਅਲੱਗ ਹੁੰਦਾ। The lowest temperature at which a substance catch fire is called ignition temperature। ਕਹਿੰਦਾ ਜੀ ਉਹ ਘੱਟੋ ਘੱਟ ਤਾਪਮਾਨ ਜਿਸ 'ਤੇ ਕੋਈ ਪਦਾਰਥ ਬਲਣ ਲੱਗਦਾ ਉਸਨੂੰ ਕੀ ਕਹਿੰਦੇ ਨੇ ਜੀ? ਇਗਨੀਸ਼ਨ, ਜਾਂ ਕਹਿੰਦੇ ਨੇ ਜਲਨ ਤਾਪਮਾਨ ਆਖਿਆ ਹੁੰਦਾ। ਠੀਕ ਹੈ ਜੀ, ਕੋਈ ਵੀ ਘੱਟੋ ਘੱਟ ਤਾਪਮਾਨ ਚਾਹੀਦਾ ਕਿਸੇ ਪਦਾਰਥ ਦਾ, ਜੇਕਰ ਉਹ ਸਾੜਨਾ ਉਸਦਾ ਤਾਪਮਾਨ ਘੱਟੋ ਘੱਟ ਹੋਵੇਗਾ ਤਾਂ ਹੀ ਉਹ ਬਲੇਗਾ, ਤੁਸੀਂ ਕੀ ਬੋਲਾਂਗੇ? ਇਗਨਾਈਜੇਸ਼ਨ ਟੈਂਪਰੇਚਰ ਬੋਲਦੇ ਉਸਨੂੰ, ਉਸਦਾ। ਠੀਕ ਹੈ ਜੀ, ਹਾਂਜੀ ਨੈਕਸਟ ਵਨ A. Combustible substances cannot catch fire or burn as long as its temperature is lower than its ignition temperature।
कहता जी कोई भी जलनशील पदार्थ जिहड़ा हुंदा पदार्थ हुंदे ने, ठीक है जी, वो जल्दी अग नहीं फड़दे। क्यों नहीं फड़दे जां जल्दी नहीं बलदे? क्योंकि उन्हां दा जिहड़ा तापमान हुंदा उसदे जलन तापमान तो घट रहिंदा। जेकर किसी भी चीज़ नूं पदार्थ नूं अग लाउणी आ तो जिहड़ा उसदा तापमान होएगा उसदे जलन तापमान तो घट होएगा तो उसनूं अग लगेगी। जेकर उसदा जलन दा तापमान ज़्यादा होएगा उसनूं अग नहीं लगेगी। इस करके किसी पदार्थ नूं अग लाउण तो पहलां उसदा जलन तापमान उस तों घट चाहीदा। वट हैपन्स टू द एम्प्टी पेपर कप? कहना जी बुक दे विच एक एक्टिविटी हैगी आ, ਉਹਦੇ ਵਿੱਚ ਤੁਹਾਨੂੰ ਉਹਦੇ ਅਕੋਰਡਿੰਗ ਕੁਐਸਚਨ ਪੁੱਟ ਕੀਤੇ ਗਏ ਨੇ ਕਿ ਕੀ ਹੋਏਗਾ। ਤੁਸੀਂ ਆਪਣੀ ਬੁੱਕ ਦੇ ਵਿੱਚ ਵੇਖੋ ਜੀ ਐਕਟੀਵਿਟੀ। ਇਹਦੇ ਵਿੱਚ ਕੀ ਦੱਸਿਆ ਜੀ ਉਹਨਾਂ ਨੇ? ਕਹਿੰਦਾ ਕਿ 2 ਕੈਂਡਲਸ ਦਿੱਤੀਆਂ ਨੇ, ਠੀਕ ਹੈ, ਦੋਨਾਂ ਦੇ ਉੱਪਰ ਪੇਪਰ ਦੇ ਕੱਪ ਬਣਾਏ ਗਏ ਨੇ, ਠੀਕ ਹੈ ਜੀ। ਇੱਕ ਉਹਨਾਂ ਨੇ ਫਨਸ ਵਾਂਗੂ ਬਣਾਇਆ ਵਾ, ਇੱਕ ਦੇ ਵਿੱਚ ਉਹਨਾਂ ਨੇ ਕੀ ਪਾਇਆ? ਪਾਣੀ ਪਾਤਾ, ਇੱਕ ਦੇ ਵਿੱਚ ਉਹਨਾਂ ਨੇ ਪਾਣੀ ਨਹੀਂ ਪਾਇਆ ਤੇ ਥੱਲੇ ਉਹਨਾਂ ਨੇ ਕੀ ਲਿੱਤਾ ਜੀ? ਅੱਗ ਲਾਉਣੀ ਸ਼ੁਰੂ ਕਰ ਦਿੱਤੀ। ਜਿਹਦੇ ਅੰਦਰ ਪਾਣੀ ਹੈ ਜੀ ਉਹਨੂੰ ਕੀ ਹੋਏਗਾ ਤੇ ਜਿਹਦੇ ਅੰਦਰ ਪਾਣੀ ਨਹੀਂ ਹੈ ਉਹਨੂੰ ਕੀ ਹੋਏਗਾ? ਉਹਨਾਂ ਦੇ ਕੁਐਸਚਨਸ ਨੇ। ਵਟ ਹੈਪਨਸ ਟੂ ਦ ਐਮਟੀ ਪੇਪਰ ਕੱਪ? ਜਿਹੜਾ ਖਾਲੀ ਹੈ ਜੀ ਪੇਪਰ ਕੱਪ ਉਹਦਾ ਕੀ ਹੋਏਗਾ? ਵਟ ਹੈਪਨਸ ਟੂ ਦ ਪੇਪਰ ਕੱਪ ਵਿਦ ਵਾਟਰ? ਜਿਸ ਦੇ ਅੰਦਰ ਪਾਣੀ ਹੈ ਉਸ ਪੇਪਰ ਦਾ ਕੀ ਹੋਇਆ ਹੋਗਾ? ਡਸ ਵਾਟਰ ਇਨ ਦਿਸ ਕੱਪ ਬਿਕਮ ਹੌਟ? ਜਿਸ ਦੇ ਅੰਦਰ ਪਾਣੀ ਹੈ ਕੀ ਉਹ ਪਾਣੀ ਗਰਮ ਹੋ ਜਾਏਗਾ? हाँ जी, पानी तो गर्म हो ही जाएगा। द हीट सप्लाई टू द पेपर कप इज़ ट्रांसफर टू वाटर बाय कंडक्शन। कहता है जी जिस पेपर के पानी है तो वो की होएगा जी? वो ट्रांसफर कर देगा, हीट ट्रांसफर कर देगा। क्यों? किहड़ी विधि राहीं? कंडक्शन के मैथड राहीं। कंडक्शन के नाल की होंदा जी? किसी जिसों उसनूं ट्रांसफर कर रहा है, हीट ट्रांसफर कर रहा है, किस दे मैथड नाल? कंडक्शन के मैथड दे नाल। जो तुसीं 6th क्लास दे विच पढ़िया कंडक्शन मैथड की हुंदा। सो इन दिस प्रेजेंस ऑफ वाटर द इग्नाइजेशन टैंपरेचर ऑफ पेपर इज़ नॉट रीच्ड। कहता जी इस करके वह इग्नाइजेशन टैंपरेचर उसके कागज़ के तक नहीं पहुँच रहा, ठीक है जी। इस करके उसनूं अग नहीं लगेगी जिस कप के अंदर पानी है, क्योंकि उस इग्नाइजेशन टैंपरेचर उस तक नहीं पहुँच रहा, इस करके अग नहीं लगेगी। पर जिस दे अंदर पानी नहीं है वो की होएगा? हैंस इट डज नॉट बर्न, क्योंकि उन्हें अग नहीं लगती पई, ठीक है। जिस दे अंदर पानी है क्योंकि उस इग्नाइजेशन टैंपरेचर घट है, पर जिस दे अंदर पानी नहीं है, ठीक है जी, वो की होगा? उसका इग्नाइजेशन टैंपरेचर घट है, इस करके वो बल जाएगा, वो जल्दी ही सड़ जी के सुहा हो जाएगा। इनफ्लेमेबल सबसटांसिस। इनफ्लेमेबल सबसटांसिस किहड़े हुंदे ने? द सबसटांस विच हैव वेरी लो इग्नाइजेशन टैंपरेचर एंड कैन ईजली कैच फायर विद फ्लेम आर कॉल्ड इनफ्लेमेबल सबसटांसिस। कहता जी वो सारे पदार्थ जिहड़े कि बहुत घट लो टैंपरेचर के उपर, ठीक है जी, इग्नाइजेशन टैंपरेचर उनका लो होंदा ते जल्दी जल्दी अपनी अग फड़ लेंदे ने, उन्हां नूं की बोलदे ने? इनफ्लेमेबल जलनशील पदार्थ कहा जाता। इनफ्लेमेबल पदार्थ नूं की कहंदे ने जी? जलनशील पदार्थ। जिन्हां पदार्थां दा जलन तापमान बहुत घट हुंदा है, ठीक है जी, जिन्हां दा जलन पदार्थां दा तापमान बहुत घट हुंदा है ते जिहड़े कि लाट दे नाल फ्लेम दे नाल बलदे ने उन्होंने की बोलते हैं? इनफ्लेमेबल सबसटांसिस। फॉर एग्जाम्पल पैट्रोल, LPG, एल्कोहल, इन्हां चीज़ों को बहुत जल्दी अग लग जाती है। इस करके असीं कहने ना अपने पेट्रोल के कोल कभी भी कोई माचिस तीली जां अगरबत्ती नहीं लाउणी चाहिए, ना कि LPG लागे। जो LPG गैस साडी खुला रहे तो बस स्विच वगैरह भी ऑन नहीं करते। एल्कोहल के कोल भी इस तरह ही है जी, ठीक है। आपां साडे कई तरह के परफ्यूम्स होंदे ने, ठीक है, स्प्रेज होंदियां ने जिन्हां असीं खास तौर पर लिखिया हुंदा कि इन्हां दे कोल अग दे कोल इन्हां नाल लैके जाओ, जेकर जाओगे तो इन्हां नूं जल्दी अग लग सकती है। ये सारे की ने जी? इनफ्लेमेबल सबसटांसिस ने। हाँ जी, सारी वीडियो ध्यान नाल वेखो, सुनो तो पढ़ो, तो उसके अकॉर्डिंग मैं तुहानूं कुछ 5 क्वेश्चन दे रही हूँ। तुहाडा होमवर्क इहनूं तुसीं अपनी साइंस की नोटबुक ते करना है। फर्स्ट क्वेश्चन है जी डैश इज़ इसेंशियल फॉर कंबशन। कहता जी कंबशन के वास्ते की जरूरी है? किहड़ी गैस जरूरी है? एयर, ऑक्सीजन। सैकेंड क्वेश्चन वट इज़ एन इग्नाइजेशन टैंपरेचर। इग्नाइजेशन टैंपरेचर की होंदा है, तुसीं उहदे बारे दसना है। वट डू यू मीन बाय कंबशन, कंबशन की होंदा, और डेफिनेशन लिखनी है जी। डिफाइन इनफ्लेमेबल सबसटांसिस, और सबसटांसिस किहड़े होंदे ने उन्हां बारे दसना है तुसीं। आयरन नेल्स आर इनफ्लेमेबल सबसटांसिस, यस और नो। कहना जी लोहे का किल भी इनफ्लेमेबल सबसटांसिस है, हाँ जां नहीं, तो दसना जी हाँ तो हाँ के उपर टिक लाउणा, जे ना तो ना के उपर टिक लाउणा। ओके जी, थैंक यू बेटा जी।